बहुत ही प्यारे बच्चों, ਅੱਜ ਅਸੀਂ ਸੰਖੇਪ ਰਚਨਾ ਕਰਨ ਬਾਰੇ ਸਿੱਖਾਂਗੇ। ਸੰਖੇਪ ਰਚਨਾ ਨੂੰ ਅੰਗਰੇਜ਼ੀ ਦੇ ਵਿੱਚ ਪ੍ਰੈਸੀ ਕਿਹਾ ਜਾਂਦਾ ਹੈ। ਸੰਖੇਪ ਰਚਨਾ ਕਰਨ ਦਾ ਹੁਨਰ ਸਾਡੇ ਅੰਦਰ ਹੀ ਮੌਜੂਦ ਹੈ। ਆਓ ਆਪਣੀ ਇਸ ਕਲਾ ਨੂੰ ਜਾਣੀਏ। ਸਭ ਤੋਂ ਪਹਿਲਾਂ ਸੰਖੇਪ ਰਚਨਾ ਸੰਬੰਧੀ ਇੱਕ ਸੰਖੇਪ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਧਿਆਨਪੂਰਵਕ ਸੁਣਨਾ ਹੈ ਅਤੇ ਸਮਝਣਾ ਹੈ। ਇੱਕ ਵਾਰ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ ਜੋ ਬੜਾ ਗਰੀਬ ਸੀ। ਬੜੀ ਮੁਸ਼ਕਲ ਦੇ ਨਾਲ ਉਹਨਾਂ ਦਾ ਗੁਜ਼ਾਰਾ ਹੁੰਦਾ ਸੀ। ਮਾਤਾ ਅੱਖਾਂ ਤੋਂ ਅੰਨ੍ਹੀ ਸੀ, ਜਿਸ ਕਰਕੇ ਉਸਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਆਂਢ ਗੁਆਂਢ ਦੇ ਵਿੱਚੋਂ ਕੁਝ ਲੈ ਕੇ ਉਹ ਖਾਂਦੇ ਪੀਂਦੇ ਅਤੇ ਗੁਜ਼ਾਰਾ ਕਰਦੇ ਸਨ। ਇੱਕ ਵਾਰ ਉਹਨਾਂ ਦੇ ਘਰ ਇੱਕ ਕਰਨੀ ਵਾਲੇ ਸੰਤ ਆਏ। ਉਹਨਾਂ ਨੇ ਉਸਨੂੰ ਬੜੇ ਪਿਆਰ ਦੇ ਨਾਲ ਭੋਜਨ ਛਕਾਇਆ। ਭੋਜਨ ਛਕਣ ਉਪਰੰਤ ਸੰਤਾਂ ਨੇ ਕੋਈ ਇੱਕ ਵਰ ਮੰਗਣ ਦੇ ਲਈ ਕਿਹਾ। ਮਾਤਾ ਨੇ ਵਰ ਬਾਰੇ ਸੋਚਦਿਆਂ ਪਹਿਲਾਂ ਖਿਆਲ ਆਇਆ ਕਿਉਂ ਨਾ ਅੱਖਾਂ ਦੀ ਰੋਸ਼ਨੀ ਮੰਗ ਲਵਾਂ ਅਤੇ ਜਹਾਨ ਦੇਖਾਂ। ਫਿਰ ਦੂਸਰਾ ਖਿਆਲ ਆਇਆ ਕਿਉਂ ਨਾ ਸੋਹਣਾ ਪੱਕਾ ਘਰ ਮੰਗ ਲਵਾਂ ਅਤੇ ਟੁੱਟੇ ਛੱਪਰ ਤੋਂ ਛੁਟਕਾਰਾ ਪਾਵਾਂ। ਫਿਰ ਤੀਜਾ ਖਿਆਲ ਆਇਆ ਕਿਉਂ ਨਾ ਪੁੱਤ ਦਾ ਵਰ ਮੰਗ ਲਵਾਂ, ਬੁਢਾਪੇ ਦਾ ਸਹਾਰਾ ਬਣੇਗਾ, ਬੁਢਾਪਾ ਚੰਗਾ ਗੁਜ਼ਰ ਜਾਵੇਗਾ। ਇਹ ਖਿਆਲ ਉਸਦੇ ਮਨ ਦੇ ਵਿੱਚ ਆਉਣ ਲੱਗੇ। ਫਿਰ ਖਿਆਲ ਆਉਂਦੇ ਹਨ ਕਿਉਂ ਨਾ ਧਨ ਦੌਲਤ ਜਾਂ ਦੁੱਧ ਲਈ ਪਸ਼ੂ ਡੰਗਰ ਮੰਗ ਲਵਾਂ ਅਤੇ ਜ਼ਿੰਦਗੀ ਸੌਖੀ ਹੋ ਜੇ, ਆਂਢ ਗੁਆਂਢ ਤੋਂ ਮੰਗਣਾ ਨਾ ਪਵੇ। ਇਹ ਸਾਰੀਆਂ ਸੋਚਾਂ ਉਸਦੇ ਮਨ ਅੰਦਰ ਚੱਲ ਰਹੀਆਂ ਸਨ। ਫਿਰ ਮਾਤਾ ਨੇ ਸਾਰੀਆਂ ਸੋਚਾਂ ਨੂੰ ਸੰਖੇਪ ਕਰਦੇ ਹੋਏ, ਨਿਚੋੜ ਕੱਢਦੇ ਹੋਏ ਇੱਕ ਵਾਰ ਮੰਗਿਆ ਕਿ ਮੈਂ ਆਪਣੀ ਨੂੰਹ ਨੂੰ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕਦੀ ਦੇਖਾਂ। ਇਸ ਤਰ੍ਹਾਂ ਮਾਤਾ ਨੇ ਆਪਣੀ ਚਤੁਰਾਈ ਦੇ ਨਾਲ ਸਭ ਕੁਝ ਹੀ ਮੰਗ ਲਿਆ। ਨੂੰਹ ਤਾਂ ਹੋਵੇਗੀ ਜੇ ਘਰ ਪੁੱਤ ਹੋਵੇਗਾ। ਸੋਨੇ ਦੀ ਮਧਾਣੀ ਘਰ ਦੇ ਵਿੱਚ ਤਾਂ ਆਵੇਗੀ ਜੇ ਘਰ ਬਹੁਤ ਆਲੀਸ਼ਾਨ ਹੋਵੇਗਾ, ਬਹੁਤ ਅਮੀਰ ਹੋਵੇਗਾ। ਟੁੱਟੇ ਛੱਪਰਾਂ ਦੇ ਵਿੱਚ ਸੋਨੇ ਦੀ ਮਧਾਣੀ ਨਹੀਂ ਹੋ ਸਕਦੀ। ਦੁੱਧ ਤਾਂ ਹੋਵੇਗਾ ਜੇ ਘਰ ਵਿੱਚ ਪਸ਼ੂ ਡੰਗਰ ਹੋਵੇਗਾ, ਅਤੇ ਦੁੱਧ ਰਿੜਕਦੀ ਤਾਂ ਦੇਖੇਗੀ ਜੇ ਮਾਤਾ ਦੇ ਆਪਣੀਆਂ ਅੱਖਾਂ ਹੋਣਗੀਆਂ। ਇਸ ਤਰ੍ਹਾਂ ਇੱਕ ਵਾਰ ਦੇ ਵਿੱਚ ਮਾਤਾ ਨੇ ਸਭ ਕੁਝ ਹੀ ਮੰਗ ਲਿਆ। ਇਹ ਰਚਨਾ ਕੀ ਹੁੰਦੀ ਹੈ? ਕਿਸੇ ਗੱਲਬਾਤ ਜਾਂ ਰਚਨਾ ਦੇ ਵਿਸ਼ੇ ਨੂੰ ਕੇਂਦਰ ਵਿੱਚ ਰੱਖ ਕੇ ਇੱਕ ਤਿਹਾਈ ਸ਼ਬਦਾਂ ਵਿੱਚ ਸੰਖੇਪ ਕਰਦੇ ਹੋਏ ਉਸਦੇ ਉਦੇਸ਼ ਦੀ ਪੂਰਤੀ ਵੱਲ ਵਧਣਾ ਹੈ। ਕੁਝ ਚਰਚਾ ਸਾਡੀ ਰੋਜ਼ਾਨਾ ਜੀਵਨ ਦੀ ਸੁਤੇ-ਸਿਤ ਹੁੰਦੀ ਗੱਲਬਾਤ ਦੀ ਸੰਖੇਪ ਰਚਨਾ ਬਾਰੇ। ਅਸੀਂ ਅਕਸਰ ਵਿਆਹ ਸਮਾਗਮ ਕਈ ਘੰਟੇ ਦੇਖਦੇ ਹਾਂ ਅਤੇ ਉਸ ਵਿਆਹ ਦਾ ਹਾਲ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਚੰਦ ਮਿੰਟਾਂ ਦੇ ਵਿੱਚ ਸੁਣਾ ਦਿੰਦੇ ਹਾਂ ਅਤੇ ਵਿਆਹ ਦੇ ਵਿੱਚ ਕੀ ਕੁਝ ਹੋਇਆ। ਇਹ ਸਾਡੀ ਗੱਲਬਾਤ ਨੂੰ ਸੰਖੇਪ ਕਰਨ ਦਾ ਗੁਣ ਹੀ ਪ੍ਰਗਟ ਹੁੰਦਾ ਹੈ। ਅਸੀਂ ਅਕਸਰ ਹੀ ਕਿਸੇ ਫਿਲਮ ਜਾਂ ਕਿਸੇ ਸੀਰੀਅਲ ਦੀ ਕਹਾਣੀ ਆਪਣੇ ਦੋਸਤਾਂ ਮਿੱਤਰਾਂ ਨੂੰ ਸੁਣਾਉਂਦੇ ਰਹਿੰਦੇ ਹਾਂ। 3 ਘੰਟੇ ਦੀ ਕਹਾਣੀ ਅਸੀਂ 10-12 ਮਿੰਟਾਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਸੰਖੇਪ ਕਰਕੇ ਸੁਣਾ ਦਿੰਦੇ ਹਾਂ। ਇਹ ਸਾਡੇ ਅੰਦਰੂਨੀ ਗੁਣਾਂ ਕਰਕੇ ਹੀ ਹੁੰਦਾ ਹੈ। ਅਖਬਾਰਾਂ ਦੀਆਂ ਸੁਰਖੀਆਂ ਵੀ ਸੰਖੇਪਤਾ ਦੀ ਪ੍ਰਤੱਖ ਉਦਾਹਰਨ ਹੈ, ਜਿਸ ਦੇ ਵਿੱਚ ਵੱਡੀਆਂ ਖਬਰਾਂ ਨੂੰ ਬਹੁਤ ਛੋਟੇ ਅਤੇ ਸੰਖੇਪ ਵਿੱਚ ਛਾਪਿਆ ਜਾਂਦਾ ਹੈ। ਬੱਚੇ ਅਕਸਰ ਹੀ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਪੜ੍ਹਦੇ ਰਹਿੰਦੇ ਹਨ ਅਤੇ ਉਸ ਦੀ ਕਹਾਣੀ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਸ਼ੇਅਰ ਕਰ ਦਿੰਦੇ ਹਨ। ਇਹ ਵੀ ਇੱਕ ਸੰਖੇਪ ਗੱਲਬਾਤ ਦਾ ਹੀ ਗੁਣ ਹੈ। ਰਚਨਾ ਕਰਨ ਦੇ ਹੁਣ ਅਸੀਂ ਕੁਝ ਨੁਕਤੇ ਸਾਂਝੇ ਕਰਦੇ ਹਾਂ। ਸੰਖੇਪ ਰਚਨਾ ਹਦਾਇਤਾਂ ਅਨੁਸਾਰ ਦਿੱਤੀ ਕੁੱਲ ਰਚਨਾ ਦੇ ਸ਼ਬਦਾਂ ਦਾ 1/3 ਕੀਤੀ ਜਾਂਦੀ ਹੈ। ਭਾਵ ਜੇ ਸੰਖੇਪ ਰਚਨਾ ਲਈ ਦਿੱਤੇ ਪਹਿਰੇ ਦੇ 100 ਸ਼ਬਦ ਹਨ ਤਾਂ ਸੰਖੇਪ ਰਚਨਾ ਲਗਭਗ 33 ਸ਼ਬਦਾਂ ਵਿੱਚ ਹੋਵੇਗੀ। ਇਹ ਨਹੀਂ ਕਿ 33 ਪੂਰੇ, 2-4 ਘੱਟ ਵੱਧ ਵੀ ਹੋ ਸਕਦੇ ਹਨ। ਅਸੀਂ ਛੋਟੀਆਂ ਜਮਾਤਾਂ ਵਿੱਚ ਜੋ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਣਾ ਸਿੱਖਿਆ ਹੈ, ਉਹਨਾਂ ਦੀ ਵਰਤੋਂ ਅਸੀਂ ਇਸ ਵਿੱਚ ਕਰ ਸਕਦੇ ਹਾਂ। ਜਿਵੇਂ ਉਦਾਹਰਨ ਹੈ, ਤੂੰ ਤਾਂ ਜੋ ਗੱਲਾਂ ਕਰ ਲੱਗਦਾ ਹੈ ਤਾਂ ਰੁਕਦਾ ਹੀ ਨਹੀਂ, ਕੋਈ ਰਾਹ ਜਾਂਦਾ ਤੈਨੂੰ ਬੁਲਾ ਲੇ, ਬਸ ਤੂੰ ਗੱਲੀ ਲੱਗ ਜਾਂਦਾ ਹੈ। 23 ਸ਼ਬਦ ਹਨ। ਇਹਨਾਂ ਨੂੰ 4 ਸ਼ਬਦਾਂ ਵਿੱਚ ਤੂੰ ਬੜਾ ਗਾਲੜੀ ਹੈ ਸੰਖੇਪ ਕੀਤਾ ਜਾ ਸਕਦਾ। ਅਕਸਰ ਆਪਣੇ ਬਜ਼ੁਰਗਾਂ ਨੂੰ ਅਖਾਣਾਂ ਅਤੇ ਮੁਹਾਵਰਿਆਂ ਵਿੱਚ ਗੱਲ ਕਰਦੇ ਦੇਖਦੇ ਹਾਂ। ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਨਾਲ ਗੱਲਬਾਤ ਦੇ ਵਿੱਚ ਸੰਜਮ ਦਾ ਹੁਨਰ ਆਉਂਦਾ ਹੈ। ਇਸ ਦੀ ਵਰਤੋਂ ਨਾਲ ਸੰਖੇਪਤਾ ਵੀ ਬਣਦੀ ਹੈ। ਜਿਵੇਂ ਉਦਾਹਰਨ ਹੈ, ਮੇਰਾ ਗਿਆਨ ਬਹੁਤ ਥੋੜ੍ਹਾ ਹੈ, ਬਾਹਰਲੀ ਦੁਨੀਆ ਦੀ ਮੈਨੂੰ ਬਹੁਤੀ ਜਾਣਕਾਰੀ ਨਹੀਂ, ਬਸ ਇੱਥੇ ਹੀ ਰਹਿੰਦਾ ਹਾਂ। ਇਹ 17 ਸ਼ਬਦ ਹਨ। ਇਹਨਾਂ ਨੂੰ 6 ਸ਼ਬਦਾਂ ਵਿੱਚ ਸੰਖੇਪ ਕੀਤਾ ਜਾ ਸਕਦਾ ਹੈ।
ਮੈਂ ਤਾਂ ਖੂਹ ਦਾ ਡੱਡੂ ਹਾਂ। ਲੇਖਕਾਂ ਦੁਆਰਾ ਆਪਣੀ ਰਚਨਾ ਨੂੰ ਸੁੰਦਰ ਅਤੇ ਸੋਝਮਈ ਬਣਾਉਣ ਦੇ ਲਈ ਅਕਸਰ ਹੀ ਸਜਾਵਟੀ ਸ਼ਬਦਾਂ ਜਾਂ ਅਤਕਥਨੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਰਚਨਾ ਦੇ ਸ਼ਬਦਾਂ ਦੇ ਵਿੱਚ ਵਾਧਾ ਕਰ ਦਿੰਦੇ ਹਨ। ਇੱਥੇ ਇੱਕ ਉਦਾਹਰਨ ਹੈ, ਉਹਦਾ ਮੱਥਾ ਸੂਰਜ ਵਾਂਗ ਚਮਕਦਾ ਸੀ, ਚਿਹਰਾ ਇਸ ਤਰ੍ਹਾਂ ਸੀ ਜਿਵੇਂ ਬੱਦਲਾਂ ਦੇ ਉੱਲਿਓਂ ਚੰਦਰਮਾ ਨਿਕਲਿਆ ਹੋਵੇ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸ ਦੇ ਚਿਹਰੇ 'ਤੇ ਬਾਲਾਂ ਵਰਗੀ ਮਾਸੂਮੀਅਤ ਝਲਕਦੀ ਸੀ। 32 ਸ਼ਬਦ ਹਨ। ਅਸੀਂ ਇਸ ਦੇ ਵਿੱਚੋਂ ਅਤਕਥਨੀ ਸ਼ਬਦਾਂ ਨੂੰ ਛੱਡ ਕੇ ਸਧਾਰਨ ਸ਼ਬਦਾਂ ਦੇ ਵਿੱਚ ਜਦੋਂ ਲਿਖਦੇ ਹਾਂ ਤਾਂ ਇਹ 9 ਸ਼ਬਦ ਰਹਿ ਜਾਂਦੇ ਹਨ, ਜਿਵੇਂ ਉਸ ਦੇ ਚਿਹਰੇ 'ਤੇ ਤੇਜ਼, ਸੁਹੱਪਣ ਤੇ ਮਾਸੂਮੀਅਤ ਝਲਕਦੀ ਸੀ। ਬਹੁਤ ਸਾਰੀਆਂ ਰਚਨਾਵਾਂ ਦੇ ਵਿੱਚ ਲੇਖਕਾਂ ਦੁਆਰਾ ਕਈ ਵਾਰਤਾਲਾਪ ਛਾਪ ਦਿੱਤੇ ਜਾਂਦੇ ਹਨ। ਇਹਨਾਂ ਵਾਰਤਾਲਾਪਾਂ ਨੂੰ ਅਸੀਂ ਆਪਣੇ ਸ਼ਬਦਾਂ ਵਿੱਚ ਲਿਖ ਕੇ ਸੰਖੇਪ ਕਰ ਸਕਦੇ ਹਾਂ। ਜਿਵੇਂ ਉਦਾਹਰਨ ਦਿੱਤੀ ਗਈ ਹੈ, ਵਿਦਿਆਰਥੀ ਨੇ ਸੁਪਰਵਾਈਜ਼ਰ ਨੂੰ ਕਿਹਾ, ਜੀ ਇਹ ਕਾਗਜ਼ ਗਲਤੀ ਨਾਲ ਮੇਰੀ ਜੇਬ ਵਿੱਚ ਰਹਿ ਗਏ, ਮੈਂ ਇਹਨਾਂ ਤੋਂ ਕੁਝ ਨਕਲ ਨਹੀਂ ਕੀਤਾ, ਤੁਸੀਂ ਮੈਨੂੰ ਐਂਦਕੀ ਮਾਫ਼ ਕਰ ਦਿਓ, ਮੈਂ ਤੁਹਾਡੇ ਅੱਗੇ ਹੱਥ ਜੋੜਦਾ ਹਾਂ, ਮੇਰਾ ਸਾਲ ਖਰਾਬ ਹੋ ਜਾਵੇਗਾ, ਮੇਰੇ ਉੱਤੇ ਨਕਲ ਮਾਰਨ ਦਾ ਕੇਸ ਨਾ ਬਣਾਉਣਾ ਜੀ। 49 ਸ਼ਬਦ ਹਨ। ਇਹਨਾਂ ਨੂੰ 11 ਸ਼ਬਦਾਂ ਦੇ ਵਿੱਚ ਸੰਖੇਪ ਕੀਤਾ ਗਿਆ ਹੈ। ਆਪਣੇ ਸ਼ਬਦਾਂ ਦੇ ਵਿੱਚ, ਵਿਦਿਆਰਥੀ ਨੇ ਸੁਪਰਵਾਈਜ਼ਰ ਕੋਲ ਗਿੜਗਿੜਾਉਂਦੇ ਹੋਏ ਕਾਗਜ਼ ਲਿਆਉਣ ਲਈ ਖਿਮਾ ਮੰਗੀ। ਗੱਲ ਇੰਨੀ ਸੀ, ਇੰਨੇ ਸ਼ਬਦਾਂ ਵਿੱਚ ਖਤਮ ਹੋ ਗਈ। ਕਈ ਰਚਨਾਵਾਂ ਦੇ ਵਿੱਚ ਬਹੁਤ ਸਾਰਾ ਵਾਧੂ ਦੁਹਰਾਓ ਦੇਖਣ ਨੂੰ ਮਿਲਦਾ ਹੈ। ਉਸ ਦੁਹਰਾਓ ਨੂੰ ਖਤਮ ਕਰਕੇ ਸਧਾਰਨ ਸ਼ਬਦਾਂ ਵਿੱਚ ਲਿਖਣ ਦੇ ਨਾਲ ਉਸ ਨੂੰ ਸੰਖੇਪ ਕੀਤਾ ਜਾ ਸਕਦਾ ਹੈ। ਦੇਖੋ ਉਦਾਹਰਨ, ਨੇਤਾ ਜੀ ਨੇ ਕਿਹਾ, ਵੀਰੋ ਤੇ ਭੈਣੋ, ਤੁਸੀਂ ਸਿਆਣੇ ਹੋ, ਸਮਝਦਾਰ ਹੋ, ਪੜ੍ਹੇ ਲਿਖੇ ਹੋ, ਸਭ ਕੁਝ ਜਾਣਦੇ ਹੋ, ਮੈਂ ਤੁਹਾਨੂੰ ਕੋਈ ਅਪੀਲ ਨਹੀਂ ਕਰਨੀ, ਕੋਈ ਜ਼ੋਰ ਨਹੀਂ ਪਾਉਣਾ, ਮੁੜ ਨਹੀਂ ਕਹਿਣਾ, ਬਸ ਇਹੋ ਕਹਿਣਾ ਹੈ ਕਿ ਮੈਂ ਤੁਹਾਡਾ ਆਪਣਾ ਹਾਂ, ਤੁਸੀਂ ਵੋਟ ਮੈਨੂੰ ਹੀ ਪਾਉਣਾ। 45 ਸ਼ਬਦ ਹਨ। ਹੁਣ ਅਸੀਂ ਇਸ ਵਿਚਲਾ ਦੁਹਰਾਓ ਖਤਮ ਕਰਕੇ ਇਸ ਨੂੰ ਆਪਣੇ ਸ਼ਬਦਾਂ ਵਿੱਚ ਲਿਖਦੇ ਹਾਂ। ਨੇਤਾ ਨੇ ਵੋਟਰਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ। 12 ਸ਼ਬਦ ਬਣ ਗਏ। ਹੁਣ ਅਸੀਂ ਗੱਲ ਕਰਦੇ ਹਾਂ ਸੰਖੇਪ ਰਚਨਾ ਦੀ ਸਿਰਲੇਖ ਦੀ, ਜੋ ਬਹੁਤ ਹੀ ਜ਼ਰੂਰੀ ਹੈ। ਸੰਖੇਪ ਰਚਨਾ ਲਈ ਦਿੱਤੇ ਪੈਰੇ ਨੇ 2 ਤੋਂ 3 ਵਾਰ ਪੜ੍ਹੋ ਅਤੇ ਕੇਂਦਰੀ ਨੁਕਤਾ ਲੱਭਣ ਦੀ ਕੋਸ਼ਿਸ਼ ਕਰੋ, ਜਿਸ ਦੇ ਦੁਆਲੇ ਸਾਰੀ ਰਚਨਾ ਘੁੰਮ ਰਹੀ ਹੁੰਦੀ ਹੈ। ਇਹ ਕੇਂਦਰੀ ਨੁਕਤਾ ਜਾਂ ਵਿਸ਼ਾ ਉਹੀ ਹੋਵੇਗਾ ਜਿਸ ਦੀ ਲੇਖਕ ਨੇ ਚਰਚਾ ਕੀਤੀ ਹੈ। ਇਸ ਨੂੰ ਸਿਰਲੇਖ ਬਣਾ ਕੇ 2-3 ਸ਼ਬਦਾਂ ਵਿੱਚ ਸੀਮਿਤ ਕਰਕੇ ਆਪਣੇ ਵੱਲੋਂ ਕੀਤੀ ਇੱਕ ਤਿਹਾਈ ਰਚਨਾ ਦੀ ਉੱਪਰ ਇਹ ਸਿਰਲੇਖ ਲਿਖ ਦਿਓ। ਬੱਚਿਓ, ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਨੁਕਤੇ ਸਮਝ ਆ ਗਏ ਹੋਣਗੇ। ਤੁਸੀਂ ਹੁਣ ਆਪਣੀ ਕਿਤਾਬ ਵਿੱਚ ਦਿੱਤੇ ਹੋਏ ਪੈਰਿਆਂ ਦੀ ਸੰਖੇਪ ਰਚਨਾ ਕਰਕੇ ਉਸ ਦਾ ਅਭਿਆਸ ਕਰਨਾ ਹੈ। ਧੰਨਵਾਦ ਜੀ।